आखिर क्यों मनाया जाता है इंटरनेशनल टी डे? पेट ਦੀ ਚਰਬੀ ਨੂੰ ਘੱਟ ਕਰਨ ਦੇ ਕੀ ਤਰੀਕੇ ਹੋ ਸਕਦੇ ਨੇ ਤੇ ਮਾਰਨਿੰਗ ਦੇ ਵਿੱਚ ਬ੍ਰਸ਼ ਕੀਤੇ ਬਿਨਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ ਜਾਂ ਨਹੀਂ। ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਬरुण कौर मान, ਤੁਸੀਂ ਦੇਖ ਰਹੇ ਹੋ ਇਨਫੋਰਮੇਸ਼ਨ ਡੋਜ਼। ਇੱਕ ਗੱਲ ਮੈਂ ਜ਼ਰੂਰ ਦੱਸ ਦੂੰਗੀ ਕਿ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਨੇ ਨਾ ਡਾਕਟਰੀ ਜੁੜੀਆਂ ਹੋਈਆਂ, ਉਹ ਇੱਕ ਆਮ ਜਾਣਕਾਰੀ ਤੇ ਆਧਾਰਿਤ ਹੁੰਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਕਿਸੇ ਖਾਸ ਡਾਕਟਰ ਦੀ ਸਲਾਹ ਨਹੀਂ ਹੁੰਦੀ ਤੇ ਤੁਸੀਂ ਜੇ ਕਿਸੇ ਖਾਸ ਬਿਮਾਰੀ ਦੇ ਨਾਲ ਜੂਝ ਰਹੇ ਹੋ ਜਾਂ ਫਿਰ ਕੋਈ ਹੋਰ ਗੱਲਬਾਤ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ। ਤੇ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਟੀ ਡੇ ਤੋਂ ਪਹਿਲਾਂ ਕਿ ਕਿਉਂ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਇਸ ਦਿਨ ਨੂੰ। ਇੰਟਰਨੈਸ਼ਨਲ ਟੀ ਡੇ ਹਰ ਸਾਲ 21 ਮਈ ਨੂੰ ਮਨਾਇਆ ਜਾਂਦਾ ਹੈ, ਯਾਨੀ ਕਿ ਚਾਹ ਦਿਵਸ। ਇਸ ਦਿਨ ਨੂੰ ਚਾਹ ਦੇ ਬਾਗਬਾਨਾਂ ਦੇ ਕੰਮ ਕਰਨ ਦੀਆਂ ਸੁਰੱਖਿਅਤ ਸਥਿਤੀਆਂ, ਨਿਰਪੱਖ ਵਪਾਰ ਅਤੇ ਚਾਹ ਦੇ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਇੱਕ ਟਿਕਾਊ ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਭਾਰਤ ਦੇ ਚਾਹ ਬੋਰਡ ਨੇ ਇਸ ਉਮੀਦ ਨਾਲ ਇਸ ਦਿਨ ਦੀ ਯੋਜਨਾ ਬਣਾਈ ਸੀ ਕਿ ਇਹ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਲਈ ਅਧਿਕਾਰਤ ਛੁੱਟੀ ਬਣ ਜਾਏਗਾ। ਟੀ ਬੋਰਡ ਆਫ ਇੰਡੀਆ ਦੁਆਰਾ 2007 ਵਿੱਚ ਕੀਤੇ ਗਏ ਇੱਕ ਅਧਿਐਨ ਅਨੁਸਾਰ ਭਾਰਤ ਵਿੱਚ ਪੈਦਾ ਹੋਣ ਵਾਲੀ ਕੁੱਲ ਚਾਹ ਦਾ ਲਗਭਗ 80% ਘਰੇਲੂ ਆਬਾਦੀ ਦੁਆਰਾ ਖਪਤ ਕੀਤੀ ਜਾਂਦੀ ਹੈ। ਸਾਰੇ ਖਪਤਕਾਰਾਂ ਨੂੰ ਸਾਡੇ ਦੁਆਰਾ ਪੀਤੀ ਜਾਂਦੀ ਚਾਹ ਬਾਰੇ ਜਵਾਬ ਮੰਗਣ ਅਤੇ ਚਾਹ ਵਰਕਰਾਂ ਲਈ ਉਚਿਤ ਕੀਮਤਾਂ ਨੂੰ ਯਕੀਨੀ ਬਣਾਉਣ ਦਾ ਅਧਿਕਾਰ ਹੈ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਨਿਰਮਾਣ ਦੀ ਪ੍ਰਕਿਰਿਆ ਨੂੰ ਵੀ ਪਾਰਦਰਸ਼ੀ ਰੱਖਿਆ ਜਾਏ। ਪਹਿਲਾ ਇੰਟਰਨੈਸ਼ਨਲ ਟੀ ਡੇ 2005 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਮਨਾਇਆ ਗਿਆ ਸੀ। ਸਾਲ 2015 ਵਿੱਚ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਨੂੰ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਵਧਾਉਣ ਦਾ ਪ੍ਰਸਤਾਵ ਦਿੱਤਾ। ਇਹ ਦਿਨ ਮਈ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਕਿਉਂਕਿ ਇਹ ਸਾਲ ਦਾ ਮਹੀਨਾ ਹੁੰਦਾ ਜਿਸ ਦਿਨ ਜ਼ਿਆਦਾਤਰ ਦੇਸ਼ਾਂ ਵਿੱਚ ਚਾਹ ਦਾ ਉਤਪਾਦਨ ਸ਼ੁਰੂ ਹੁੰਦਾ ਹੈ। ਇੰਟਰਨੈਸ਼ਨਲ ਚਾਹ ਦਿਵਸ ਇੱਕ ਕੱਪ ਚਾਹ ਪੀਣ ਬਾਰੇ ਹੈ। ਅੱਜ ਕੱਲ੍ਹ ਕਈ ਕਿਸਮਾਂ ਚਾਹ ਦੀਆਂ ਉਪਲਬਧ ਨੇ ਜਿਨ੍ਹਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ। ਇਹਨਾਂ ਵਿੱਚ ਕਸ਼ਮੀਰੀ ਕਾਹਵਾ, ਅਦਰਕ ਦੀ ਚਾਹ, ਔਨਕਿਸ ਚਾਹ, ਰੌਂਗਾ ਚਾਹ, ਮਸਾਲਾ ਚਾਹ, ਲੈਮਨ ਗ੍ਰਾਸ ਟੀ, ਗ੍ਰੀਨ ਟੀ, ਕੈਮੋਮਾਈਲ ਟੀ ਆਦਿ ਸ਼ਾਮਲ ਨੇ। ਜੇ ਤੁਸੀਂ ਘਰ ਦੀ ਬਣੀ ਚਾਹ ਪਸੰਦ ਕਰਦੇ ਹੋ ਤਾਂ ਆਪਣੇ ਦੋਸਤਾਂ ਜਾਂ ਨਜ਼ਦੀਕੀਆਂ ਨੂੰ ਚਾਹ ਪਾਰਟੀ ਲਈ ਸੱਦਾ ਦਿਓ। ਤੁਸੀਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਚਾਹ ਬਣਾ ਕੇ ਦੇ ਸਕਦੇ ਹੋ ਜਾਂ ਤੁਸੀਂ ਘਰ ਦੀ ਕੜਕ ਚਾਹ ਵੀ ਬਣਾ ਸਕਦੇ ਹੋ। ਹੁਣ ਗੱਲ ਕਰਦੇ ਹਾਂ ਤੁਹਾਡੇ ਨਾਲ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ ਦੇ ਉੱਤੇ। ਜੈਵਿਕ ਵਿਭਿੰਨਤਾ ਜੀਵ ਦਾ ਆਧਾਰ। ਧਰਤੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ। ਇਹ ਲੱਖਾਂ ਕਰੋੜਾਂ ਜੀਵਾਂ ਦਾ ਘਰ ਹੈ। ਧਰਤੀ ਪੌਦਿਆਂ, ਜੀਵ ਜੰਤੂਆਂ ਨੂੰ ਰਹਿਣ ਲਈ ਆਸਰਾ ਪ੍ਰਦਾਨ ਕਰਦੀ ਹੈ। ਸਾਰੀਆਂ ਹੀ ਜਾਤੀਆਂ ਇੱਕ ਦੂਜੇ ਨਾਲ ਬੜੇ ਗੁੰਝਲਦਾਰ ਤਰੀਕੇ ਨਾਲ ਜੁੜ ਕੇ ਭੋਜਨ ਜਾਲ ਬਣਾਉਂਦੀਆਂ ਨੇ। ਧਰਤੀ ਉੱਪਰ ਹਰ ਤਰ੍ਹਾਂ ਦੇ ਜੀਵਨ ਦੀਆਂ ਕਿਸਮਾਂ, ਉਹਨਾਂ ਦੀ ਸੰਖਿਆ, ਉਹਨਾਂ ਦੀ ਵਿਭਿੰਨਤਾ ਨੂੰ ਜੈਵਿਕ ਵਿਭਿੰਨਤਾ ਕਹਿੰਦੇ ਨੇ। 22 ਮਈ ਦਾ ਦਿਨ ਪੂਰੇ ਵਿਸ਼ਵ ਵਿੱਚ ਇੰਟਰਨੈਸ਼ਨਲ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਇਆ ਗਿਆ। ਸੰਯੁਕਤ ਰਾਸ਼ਟਰ ਮਹਾਸਭਾ ਨੇ 22 ਮਈ 1992 ਨੂੰ ਨੈਰੋਬੀ ਵਿਖੇ ਹੋਏ ਵਾਤਾਵਰਣ ਕਾਨਫਰੰਸ ਦੁਆਰਾ ਦਿੱਤੇ ਸੁਝਾਵਾਂ ਨੂੰ ਅਪਣਾਉਣ ਲਈ 22 ਮਈ ਨੂੰ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ। ਦਰਿਆ, ਝੀਲਾਂ, ਸਮੁੰਦਰ, ਜਲਗਾਹਾਂ, ਜੰਗਲ, ਦਲਦਲ ਵਾਲੀਆਂ ਥਾਵਾਂ, ਮਾਰੂਥਲ, ਵਿਸ਼ਾਲ ਘਾਹ ਦੇ ਮੈਦਾਨ, ਪਹਾੜ ਜੈਵਿਕ ਵਿਭਿੰਨਤਾ ਦਾ ਥੰਮ ਨੇ। ਜਿੱਥੇ ਵੀ ਜਿਉਂਦੇ ਜੀਵ ਨੇ, ਜੀਵਨ ਹੈ, ਉੱਥੇ ਜੈਵਿਕ ਵਿਭਿੰਨਤਾ ਹੈ। ਜੈਵਿਕ ਵਿਭਿੰਨਤਾ ਹਰ ਜਗ੍ਹਾ ਪਾਈ ਜਾਂਦੀ ਹੈ। ਛੱਪੜਾਂ, ਝੀਲਾਂ, ਜਲਗਾਹਾਂ, ਘੋਗੇ, ਡੱਡੂ, ਮੱਛੀਆਂ, ਜਲੀ ਪੌਦਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ। ਜੰਗਲਾਂ 'ਚ ਰੁੱਖਾਂ, ਝਾੜੀਆਂ, ਜੜੀਆਂ ਬੂਟੀਆਂ ਦੀਆਂ ਅਣਗਿਣਤ ਕਿਸਮਾਂ ਮਿਲਦੀਆਂ ਨੇ। ਮਾਰੂਥਲਾਂ ਵਿੱਚ ਥੋਰਾਂ ਦੀਆਂ ਅਨੇਕਾਂ ਕਿਸਮਾਂ ਆਪਣਾ ਰੰਗ ਵਖੇਰਦੀਆਂ ਨੇ। ਇਹ ਗੱਲ ਸਮਝਣ ਦੀ ਲੋੜ ਹੈ ਕਿ ਜੈਵਿਕ ਵਿਭਿੰਨਤਾ ਹਰ ਜਗ੍ਹਾ ਪਾਈ ਜਾਂਦੀ ਹੈ, ਸਾਡੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਵੀ। ਧਰਤੀ ਉੱਪਰ ਜੀਵਾਂ ਦੀ ਵੰਡ ਇੱਕਸਾਰ ਬਿਲਕੁਲ ਨਹੀਂ ਹੈ। ਕਿਸੇ ਪ੍ਰਥਿਤਿਕ ਪ੍ਰਬੰਧ ਵਿੱਚ ਪੌਦਿਆਂ ਤੇ ਜੀਵ ਜੰਤੂਆਂ ਦੀਆਂ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਨੇ, ਕਿਸੇ ਥਾਂ ਘੱਟ, ਪਰ ਸਥਾਨ ਸਾਰੇ ਮਹੱਤਵਪੂਰਨ ਨੇ। ਕੁਝ ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਜਾਂ ਖਿੱਤੇ 'ਚ ਹੀ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਸਥਾਨਕ ਪ੍ਰਜਾਤੀਆਂ ਕਿਹਾ ਜਾਂਦਾ ਹੈ। ਇਹ ਪ੍ਰਜਾਤੀਆਂ ਕਿਸੇ ਸੀਮਤ ਭੂਗੋਲਿਕ ਖੇਤਰ 'ਚ ਹੀ ਪਾਈਆਂ ਜਾਂਦੀਆਂ ਨੇ। ਇਹ ਸਿੰਗ ਵਾਲਾ ਗੈਂਡਾ ਕੇਵਲ ਭਾਰਤ, ਨੇਪਾਲ ਤੇ ਭੂਟਾਨ ਵਿੱਚ ਪਾਇਆ ਜਾਂਦਾ ਹੈ ਜਿਸ ਦੇ ਇੱਕ ਸਿੰਗ ਹੋਵੇ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਜੀਵ ਪਹਿਲਾਂ ਹੀ ਧਰਤੀ ਤੇ ਸੀਮਤ ਖੇਤਰ 'ਚ ਪਾਏ ਜਾਂਦੇ ਨੇ, ਜੇ ਇਹਨਾਂ ਖੇਤਰਾਂ 'ਚ ਇਹਨਾਂ ਦਾ ਨਿਵਾਸ ਸਥਾਨ ਨਸ਼ਟ ਹੁੰਦਾ ਹੈ ਤਾਂ ਇਹ ਜਾਤੀਆਂ ਇਸ ਦੁਨੀਆ ਤੋਂ ਖਤਮ ਹੋ ਜਾਣਗੀਆਂ। ਧਰਤੀ ਉੱਪਰ ਜੀਵਾਂ ਦੀ ਵੰਡ ਇੱਕਸਾਰ ਨਹੀਂ ਹੈ। ਕਿਸੇ ਵੀ ਪ੍ਰਸਥਿਤਕ ਪ੍ਰਬੰਧ ਵਿੱਚ ਪੌਦਿਆਂ ਤੇ ਜੀਵ ਜੰਤੂਆਂ ਦੀਆਂ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਨੇ, ਕਿਸੇ ਥਾਂ ਤੇ ਘੱਟ, ਪਰ ਸਥਾਨ ਸਾਰੇ ਜ਼ਰੂਰੀ ਨੇ। ਕੁਝ ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਸਥਾਨਕ ਪ੍ਰਜਾਤੀਆਂ ਕਿਹਾ ਜਾਂਦਾ। ਇਹ ਪ੍ਰਜਾਤੀਆਂ ਕਿਸੇ ਸੀਮਤ ਭੂਗੋਲਿਕ ਖੇਤਰ 'ਚ ਪਾਈਆਂ ਜਾਂਦੀਆਂ ਨੇ।
ਭਾਰਤ ਵਿੱਚ ਲਗਭਗ 850 ਕਿਸਮ ਦੇ ਜੀਵਾਣੂ, 23000 ਕਿਸਮ ਦੀਆਂ ਕਾਈਆਂ, 12500 ਕਿਸਮ ਦੀਆਂ ਉੱਲੀਆਂ, ਜੀ ਹਾਂ, ਤੇ 1500 ਕਿਸਮ ਦੇ ਫੁੱਲਾਂ ਵਾਲੇ ਪੌਦਿਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ। ਜੰਗਲੀ ਜੀਵਾਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ 362 ਕਿਸਮ ਦੇ ਥਣਧਾਰੀ ਜੀਵ ਨੇ, 1228 ਕਿਸਮ ਦੇ ਪੰਛੀ ਨੇ, 428 ਕਿਸਮ ਦੇ ਰੇਂਗਣ ਵਾਲੇ ਜੀਵ ਨੇ, 2546 ਕਿਸਮ ਦੀਆਂ ਮੱਛੀਆਂ ਨੇ, 57525 ਕਿਸਮ ਦੇ ਕੀਟ ਮਿਲਦੇ ਨੇ। ਭਾਰਤ ਦੀ ਜੈਵਿਕ ਵਿਭਿੰਨਤਾ ਬਹੁਤ ਅਮੀਰ ਹੈ। ਪੰਜਾਬ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਵਾਲਾ ਖੇਤਰ, ਜਲਗਾਹਾਂ, ਰੁੱਖਾਂ ਬੀੜਾਂ ਦੀ ਜੰਗਲੀ ਖੇਤਰ 'ਚ ਜੀਵ ਜੰਤੂਆਂ, ਪੌਦਿਆਂ, ਕੀਟ ਪਤੰਗਿਆਂ, ਜੜੀਆਂ ਬੂਟੀਆਂ, ਰੁੱਖਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ। ਕੀ ਤੁਸੀਂ ਸਵੇਰੇ ਬਿਨਾਂ ਬ੍ਰਸ਼ ਕੀਤੇ ਪਾਣੀ ਪੀਂਦੇ ਹੋ? ਇਸ ਦਾ ਤੁਹਾਡੀ ਸਿਹਤ ਤੇ ਕੀ ਅਸਰ ਪਏਗਾ, ਤੁਹਾਨੂੰ ਦੱਸਦੇ ਹਾਂ। ਦੰਦਾਂ ਨੂੰ ਬ੍ਰਸ਼ ਕਰਨਾ ਸਭ ਤੋਂ ਜ਼ਰੂਰੀ ਬੁਨਿਆਦੀ ਸਫਾਈ ਆਦਤਾਂ ਵਿੱਚੋਂ ਇੱਕ ਹੈ। ਦਿਨ ਵਿੱਚ 2 ਵਾਰ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੀ ਲੋੜ ਹੈ। ਉਹ ਚਾਹੇ ਸਫਾਈ ਤੁਸੀਂ ਦਾਤਣ ਨਾਲ ਕਰੋ ਤੇ ਜਾਂ ਫਿਰ ਬ੍ਰਸ਼ ਦੇ ਨਾਲ। ਇੱਕ ਵਾਰ ਜਾਗਣ ਤੋਂ ਬਾਅਦ ਤੇ ਇੱਕ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਬ੍ਰਸ਼ ਕਰਨਾ ਪਹਿਲਾਂ ਕੁਝ ਵੀ ਖਾਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਬਜ਼ੁਰਗ ਅਕਸਰ ਖਾਲੀ ਪੇਟ ਕੋਸਾ ਪਾਣੀ ਪੀਣਾ ਪਸੰਦ ਕਰਦੇ ਹੁੰਦੇ ਸੀ। ਕੀ ਇੱਕ ਸਿਹਤਮੰਦ ਆਦਤ ਹੈ ਕਿ ਦੰਦਾਂ ਨੂੰ ਬ੍ਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਫਾਇਦੇਮੰਦ ਹੈ? ਤੁਹਾਨੂੰ ਦੱਸਦੇ ਹਾਂ। ਸਵੇਰੇ ਖਾਲੀ ਪੇਟ ਪਾਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਹ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਫਾਇਦੇਮੰਦ ਹੈ ਜਿਨ੍ਹਾਂ ਨੂੰ ਜ਼ੁਕਾਮ, ਆਮ ਫਲੂ ਦੀ ਸ਼ਿਕਾਇਤ ਹੈ। ਦੰਦਾਂ ਨੂੰ ਬ੍ਰਸ਼ ਕੀਤੇ ਬਿਨਾਂ ਖਾਲੀ ਪੇਟ ਪਾਣੀ ਪੀਣ ਨਾਲ ਸਿਹਤਮੰਦ ਅਤੇ ਚਮਕਦਾਰ ਚਮੜੀ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ। ਕਬਜ਼, ਢਿੱਡ ਅਤੇ ਮੂੰਹ ਦੇ ਛਾਲਿਆਂ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਖਾਲੀ ਪੇਟ ਪਾਣੀ ਪੀਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਹ ਮੋਟਾਪੇ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ। ਪ੍ਰੋਗਰਾਮ ਇਨਫੋਰਮੇਸ਼ਨ ਡੋਜ਼। ਪੇਟ ਦੀ ਚਰਬੀ ਨੂੰ 1 ਮਹੀਨੇ ਵਿੱਚ ਘੱਟ ਕਰਨ ਦੀ ਜੇ ਗੱਲ ਹੋਵੇ ਤਾਂ ਤੁਹਾਨੂੰ ਕਿੱਦਾਂ ਲੱਗੇਗਾ? ਇਹ ਜਾਣਕਾਰੀ ਇੱਕ ਆਮ ਜਾਣਕਾਰੀ ਹੈ। ਇਸ ਨੂੰ ਕਿਸੇ ਡਾਕਟਰ ਜਾਂ ਮਾਹਿਰ ਦੀ ਸਲਾਹ ਵਜੋਂ ਨਾ ਲੈਣਾ, ਠੀਕ ਹੈ? ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਹਰ ਕੋਈ ਕਸਰਤ, ਯੋਗਾ, ਰੱਸੀ ਦੀ ਛਾਲ ਮਾਰਨ ਵਰਗੀਆਂ ਗਤੀਵਿਧੀਆਂ ਨੂੰ ਕਾਰਗਰ ਮੰਨਦਾ ਹੈ, ਪਰ ਉਹ ਇਹ ਭੁੱਲ ਜਾਂਦੇ ਨੇ ਕਿ ਕੇਵਲ ਕਸਰਤ ਕਰਨਾ ਹੀ ਕਾਫੀ ਨਹੀਂ ਹੈ। ਕੁਝ ਹੋਰ ਚੀਜ਼ਾਂ ਪੇਟ ਵਿੱਚ ਬਹੁਤ ਮਾਇਨੇ ਰੱਖਦੀਆਂ ਨੇ। ਤੁਹਾਨੂੰ ਦੱਸਦੇ ਹਾਂ ਇਹਨਾਂ ਟਿਪਸ ਦੇ ਬਾਰੇ ਕਿ ਪੇਟ ਦੀ ਚਰਬੀ ਨੂੰ ਤੁਸੀਂ ਕਿਵੇਂ ਘੱਟ ਕਰ ਸਕਦੇ ਹੋ। ਹੈ ਨਾ ਕਮਾਲ ਦੀ ਜਾਣਕਾਰੀ? ਰੋਜ਼ਾਨਾ 3000 ਤੋਂ 5000 ਕਦਮ ਤੁਰੋ। ਜੇਕਰ ਤੁਸੀਂ ਪੈਦਲ ਚੱਲਣ ਦੇ ਇੰਨੇ ਫਾਇਦੇ ਪੜੇ ਹੋਣਗੇ ਤਾਂ ਇਹਨਾਂ ਨੂੰ ਅਜ਼ਮਾ ਕੇ ਵੀ ਵੇਖੋ। ਰੋਜ਼ਾਨਾ 3000 ਤੋਂ 5000 ਕਦਮ ਪੂਰੇ ਕਰਨ ਦਾ ਟੀਚਾ ਰੱਖੋ। ਵਿਸ਼ਵਾਸ ਰੱਖੋ, ਇਸ ਨਾਲ ਕੇਵਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਬਲਕਿ ਪੂਰੇ ਸਰੀਰ ਨੂੰ ਆਕਾਰ ਵਿੱਚ ਵੀ ਰੱਖਿਆ ਜਾਂਦਾ ਹੈ। ਨੀਂਦ ਬੜੀ ਜ਼ਰੂਰੀ ਹੈ। 7-8 ਘੰਟੇ ਦੀ ਨੀਂਦ ਲਓ। ਘੱਟ ਨੀਂਦ ਲੈਣ ਵਾਲਿਆਂ ਨੂੰ ਮੋਟਾਪੇ ਦਾ ਜ਼ਿਆਦਾ ਖਤਰਾ ਹੁੰਦਾ। ਨੀਂਦ ਦੀ ਕਮੀ ਕਾਰਨ ਦਿਨ ਭਰ ਥਕਾਵਟ ਅਤੇ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ, ਜਿਸ ਨੂੰ ਦੂਰ ਕਰਨ ਲਈ ਲੋਕ ਕੁਝ ਨਾ ਕੁਝ ਖਾਂਦੇ ਪੀਂਦੇ ਰਹਿੰਦੇ ਨੇ ਅਤੇ ਇਹ ਆਦਤ ਮੋਟਾਪੇ ਦਾ ਕਾਰਨ ਬਣ ਜਾਂਦੀ ਹੈ। ਦੂਸਰੀ ਸਮੱਸਿਆ ਜੋ ਨੀਂਦ ਦੀ ਕਮੀ ਕਾਰਨ ਦਿਖਾਈ ਦਿੰਦੀ ਹੈ ਉਹ ਹੈ ਗਲੂਕੋਜ਼ ਦਾ ਪੱਧਰ ਪ੍ਰਭਾਵਿਤ ਹੋਣਾ। ਇਸ ਲਈ ਰਾਤ ਨੂੰ ਸਮੇਂ ਸਿਰ ਸੌਂ ਜਾਓ। ਆਰਾਮਦਾਇਕ ਨੀਂਦ ਲਈ ਫੋਨ, ਟੀਵੀ ਤੋਂ ਦੂਰ ਰਹੋ। ਹਿੱਟ ਵਰਕਆਊਟ ਵੀ ਪੇਟ ਦੀ ਚਰਬੀ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ। ਹਿੱਟ ਵਰਕਆਊਟ ਲਈ 15 ਮਿੰਟ ਦਾ ਅਰਥ ਹੈ ਉੱਚ ਤੀਬਰਤਾ ਅੰਤਰਾਲ। ਬਿਲਕੁਲ, ਇਸ ਦੇ ਲਈ ਤੁਸੀਂ ਕੀ ਕਰਨਾ ਹੈ? ਇਹ ਟ੍ਰੇਨਿੰਗ ਇੰਨੀ ਕਾਰਗਰ ਹੈ ਕਿ ਤੁਸੀਂ ਕੁਝ ਹੀ ਦਿਨਾਂ ਵਿੱਚ ਇਸ ਦਾ ਅਸਰ ਦੇਖਣਾ ਸ਼ੁਰੂ ਕਰ ਦੋਗੇ। ਇਸ ਵਿੱਚ ਕਈ ਤਰ੍ਹਾਂ ਦੀਆਂ ਕਸਰਤਾਂ ਸ਼ਾਮਲ ਹੁੰਦੀਆਂ ਨੇ ਜਿਸ ਨਾਲ ਸਰੀਰ ਦੇ ਉੱਪਰਲੇ ਹਿੱਸੇ ਤੋਂ ਹੇਠਲੇ ਸਰੀਰ ਦੀ ਚਰਬੀ ਘਟ ਜਾਂਦੀ ਹੈ ਅਤੇ ਇਹ ਟੋਨ ਹੋਣ ਲੱਗਦੀ ਹੈ। 1 ਮਹੀਨੇ ਦੇ ਅੰਦਰ ਤੁਹਾਨੂੰ ਆਕਾਰ ਵਿੱਚ ਲਿਆਉਣ ਲਈ 15 ਮਿੰਟ ਦੀ ਸਿਖਲਾਈ ਬਹੁਤ ਹੋਏਗੀ। ਪਰ ਖਾਣਾ ਵੀ ਤਾਂ ਜ਼ਰੂਰੀ ਹੈ। ਪੇਟ ਦੀ ਚਰਬੀ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਪ੍ਰੋਟੀਨ ਭਰਪੂਰ ਖੁਰਾਕ ਖਾਓ। 1 ਮਹੀਨੇ ਦੇ ਅੰਦਰ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਡਾਈਟ ਵਿੱਚ ਜ਼ਿਆਦਾ ਨਹੀਂ ਸਗੋਂ ਛੋਟੇ ਬਦਲਾਅ ਕਰਨੇ ਪੈਣਗੇ, ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰੋਟੀਨ ਭਰਪੂਰ ਡਾਈਟ ਲੈਣਾ ਹੋਏਗਾ। ਪ੍ਰੋਟੀਨ ਨਾਲ ਭਰਪੂਰ ਭੋਜਨ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਲਈ ਕੰਮ ਕਰਦੇ ਨੇ। ਇਸ ਦੇ ਲਈ ਆਪਣੀ ਡਾਈਟ ਵਿੱਚ ਦਾਲ, ਓਟਸ, ਪਨੀਰ, ਚਣੇ ਵਰਗੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ। ਪ੍ਰੋਗਰਾਮ ਇਨਫੋਰਮੇਸ਼ਨ ਡੋਜ਼। ਵਰਤ ਰੱਖਣ ਦੇ ਕੀ ਫਾਇਦੇ ਹੋ ਸਕਦੇ ਨੇ? ਦਿਲ ਤੇ ਦਿਮਾਗ ਦੋਨੋਂ ਸਿਹਤਮੰਦ ਰਹਿੰਦੇ ਨੇ। ਵਰਤ ਰੱਖਣਾ ਸਾਡੇ ਦੇਸ਼ ਵਿੱਚ ਸਮਾਜ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਦੇ ਰੂਪ ਵਿੱਚ ਇਹ ਸਾਡੀ ਸੰਸਕ੍ਰਿਤੀ ਤੇ ਸੰਸਕਾਰ ਵਿੱਚ ਸ਼ਾਮਲ ਹੈ। ਇਸ ਦੀ ਇਤਿਹਾਸਕ ਮਹੱਤਤਾ ਇੱਥੇ ਹਜ਼ਾਰਾਂ ਸਾਲ ਪੁਰਾਣੀ ਹੈ। ਇਸ ਦੇ ਨਾਲ ਹੀ ਬਾਹਰਲੇ ਦੇਸ਼ਾਂ ਦੇ ਵਿਗਿਆਨੀਆਂ ਨੇ ਵੀ ਸਾਡੇ ਸੱਭਿਆਚਾਰ ਨੂੰ ਵਿਗਿਆਨਕ ਤੱਥਾਂ ਦੇ ਆਧਾਰ ਤੇ ਸਵੀਕਾਰ ਕੀਤਾ ਹੈ ਕਿ ਵਰਤ ਰੱਖਣਾ ਸਾਡੇ ਲਈ ਉਨਾ ਹੀ ਜ਼ਰੂਰੀ ਹੈ ਜਿੰਨਾ ਸਰੀਰ ਲਈ ਭੋਜਨ। ਇਸ ਨੂੰ ਰੱਖਣਾ ਸਿਹਤਮੰਦ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਵਰਤ ਦਾ ਸੰਬੰਧ ਰੱਬ
ਪ੍ਰਤੀ ਸ਼ਰਧਾ ਅਤੇ ਸ਼ਰਧਾ ਨਾਲ ਜੋੜ ਕੇ ਦੇਖਿਆ ਗਿਆ। ਉਹਨਾਂ ਕੇਵਲ ਧਾਰਮਿਕ ਮਹੱਤਤਾ ਦੇ ਹਨ, ਪਰ ਇਹ ਸਰੀਰਕ ਤੌਰ ਤੇ ਵੀ ਮਹੱਤਵਪੂਰਨ ਨੇ। ਵਰਤ ਰੱਖਣ ਨਾਲ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਫਾਇਦੇ ਹੁੰਦੇ ਨੇ। ਇਹ ਇੱਕ ਅਧਿਆਤਮਕ ਦਵਾਈ ਦੇ ਰੂਪ ਵਿੱਚ ਹੈ ਜੋ ਮਨੁੱਖ ਨੂੰ ਬਾਹਰੋਂ ਤੇ ਅੰਦਰੋਂ ਤੰਦਰੁਸਤ ਰੱਖਣ ਦਾ ਕੰਮ ਕਰਦੀ ਹੈ, ਭਾਰ ਘਟਾ ਸਕਦੀ ਹੈ। ਵਰਤ ਰੱਖਣ ਦਾ ਸਭ ਤੋਂ ਫਾਇਦਾ ਇਹ ਹੈ ਵੱਡਾ ਕਿ ਇਸ ਨਾਲ ਭਾਰ ਘੱਟ ਹੁੰਦਾ ਹੈ। ਜੇ ਤੁਹਾਡਾ ਢਿੱਡ ਬਾਹਰ ਨਿਕਲ ਰਿਹਾ ਤਾਂ ਤੁਸੀਂ ਵਰਤ ਦੇ ਦੌਰਾਨ ਭਾਰ ਘਟਾ ਸਕਦੇ ਹੋ। ਵਰਤ ਰੱਖਣ ਨਾਲ ਸਾਡੇ ਸਰੀਰ ਵਿੱਚ ਮੌਜੂਦਾ ਚਰਬੀ ਊਰਜਾ ਵਿੱਚ ਬਦਲ ਜਾਂਦੀ ਹੈ, ਜਿਸ ਨਾਲ ਸਾਡਾ ਭਾਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਵਰਤ ਦੇ ਦੌਰਾਨ ਅਸੀਂ ਫਾਸਟ ਫੂਡ ਅਤੇ ਜੰਕ ਫੂਡ ਵਰਗੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹਾਂ, ਜੋ ਭਾਰ ਘਟਾਉਣ ਵਿੱਚ ਮਦਦਗਾਰ ਹੋ ਸਕਦੀਆਂ ਨੇ। ਵਰਤ ਰੱਖਣ ਨਾਲ ਸਰੀਰ ਵਿੱਚ ਮੌਜੂਦ ਖਰਾਬ ਕੋਲੇਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ, ਜਿਸ ਦਾ ਸਿੱਧਾ ਅਸਰ ਸਾਡੇ ਦਿਲ ਤੇ ਪੈਂਦਾ ਹੈ। ਇਹ ਸਾਡਾ ਦਿਲ ਸਿਹਤਮੰਦ ਰੱਖਦਾ ਹੈ। ਪਾਚਨ ਸਿਸਟਮ ਨੂੰ ਆਰਾਮ ਵੀ ਮਿਲਦਾ ਹੈ। ਵਰਤ ਨੂੰ ਸਰੀਰ ਦੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਮੰਨਿਆ ਜਾਂਦਾ ਹੈ, ਕਿਉਂਕਿ ਵਰਤ ਰੱਖਣ ਨਾਲ ਸਰੀਰ ਦੇ ਪਾਚਨ ਤੰਤਰ ਨੂੰ ਆਰਾਮ ਮਿਲਦਾ ਹੈ। ਇਸ ਨਾਲ ਪਾਚਨ ਤੰਤਰ ਆਪਣੀ ਗਤੀ ਨੂੰ ਸੁਧਾਰ ਸਕਦਾ ਹੈ ਅਤੇ ਸੁਚਾਰੂ ਢੰਗ ਨਾਲ ਕੰਮ ਕਰ ਸਕਦਾ ਹੈ। ਡਿਪਰੈਸ਼ਨ ਤੇ ਬ੍ਰੇਨ ਸਟ੍ਰੋਕ ਵਰਗੀਆਂ ਬਿਮਾਰੀਆਂ ਤੋਂ ਰੋਕਥਾਮ ਵੀ ਹੋ ਸਕਦੀ ਹੈ। ਬਿਲਕੁਲ, ਵਰਤ ਰੱਖਣ ਨਾਲ ਮਾਨਸਿਕ ਤੌਰ ਤੇ ਤੁਹਾਡੀ ਕੁਸ਼ਲਤਾ ਨੂੰ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ। ਵਰਤ ਰੱਖਣ ਨਾਲ ਦਿਮਾਗੀ ਹਾਰਮੋਨਸ ਦਾ ਉਤਪਾਦਨ ਵੱਧਦਾ ਹੈ, ਜੋ ਦਿਮਾਗ ਵਿੱਚ ਮੌਜੂਦ ਸਟੈਮ ਸੈੱਲਾਂ ਨੂੰ ਸਰਗਰਮ ਕਰਦੇ ਨੇ ਅਤੇ ਉਹਨਾਂ ਨੂੰ ਨਿਊਰਨਸ ਵਿੱਚ ਬਦਲਣ ਦਾ ਕੰਮ ਕਰਦੇ ਨੇ, ਜਿਸ ਨਾਲ ਡਿਪਰੈਸ਼ਨ, ਬ੍ਰੇਨ ਸਟ੍ਰੋਕ ਅਤੇ ਹੋਰ ਮਾਨਸਿਕ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਨੁਕਸਾਨਦੇਹ ਬੈਕਟੀਰੀਆ ਵੀ ਨਸ਼ਟ ਹੁੰਦੇ ਨੇ। ਵਰਤ ਰੱਖਣ ਨਾਲ ਸਰੀਰ ਵਿੱਚ ਕੁਝ ਚੰਗੇ ਬੈਕਟੀਰੀਆ ਪੈਦਾ ਹੁੰਦੇ ਨੇ, ਜੋ ਵਰਤ ਰੱਖਣ ਨਾਲ ਹੀ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਕੁਝ ਖਾਸ ਕਿਸਮ ਦੇ ਹਾਨੀਕਾਰਕ ਬੈਕਟੀਰੀਆ ਦੇ ਨਸ਼ਟ ਹੋਣ ਦੀ ਪ੍ਰਕਿਰਿਆ ਵੀ ਵਰਤ ਰੱਖਣ ਦੌਰਾਨ ਹੀ ਹੁੰਦੀ ਹੈ। ਵਰਤ ਰੱਖਣ ਨਾਲ ਸਰੀਰ ਕੁਦਰਤ ਦੇ ਅਨੁਸਾਰ ਢਲਣ ਲੱਗਦਾ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇਨਫੋਰਮੇਸ਼ਨ ਡੋਜ਼। ਆਮ ਤੌਰ ਤੇ ਲੋਕਾਂ ਨੂੰ ਨਾ ਅਨੀਮੀਆ ਦੀ ਦਿੱਕਤ ਰਹਿੰਦੀ ਹੈ। ਚੱਕਰ ਆਉਣਾ ਤੇ ਬੇਲੋੜੀ ਥਕਾਵਟ ਹੁੰਦੀ ਹੈ। ਖੂਨ ਦੀ ਕਮੀ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਤੁਸੀਂ ਇਸ ਦੇ ਨਾਲ ਨਜਿੱਠ ਸਕਦੇ ਹੋ। ਭਾਰਤ ਵਿੱਚ ਅਨੀਮੀਆ ਇੱਕ ਬਹੁਤ ਵੱਡੀ ਸਿਹਤ ਸਮੱਸਿਆ, ਹਾਲਾਂਕਿ ਇਹ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ, ਪਰ ਭਾਰਤ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਅਕਸਰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਥਿਤੀ ਉਹਨਾਂ ਲਈ ਕਈ ਵਾਰ ਘਾਤਕ ਵੀ ਸਾਬਤ ਹੁੰਦੀ ਹੈ। 90% ਅਨੀਮੀਆ ਦੀ ਸਮੱਸਿਆ ਭੋਜਨ ਵਿੱਚ ਆਇਰਨ ਤੇ ਹੋਰ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦੀ ਹੈ। ਤਾਂ ਤੁਹਾਨੂੰ ਦੱਸਦੇ ਹਾਂ ਕਿ ਅਨੀਮੀਆ ਦੇ ਹੋਰ ਕਾਰਨ ਕੀ ਨੇ। ਇਹ ਸਮੱਸਿਆ ਸਿਹਤ ਤੇ ਅਸਰ ਕਿਵੇਂ ਪਾਉਂਦੀ ਹੈ। ਅਸਲ 'ਚ ਇਹ ਹੈ ਕਿ ਮਰਜ਼ ਹੀਮੋਗਲੋਬਿਨ ਨਾਮਕ ਇੱਕ ਪ੍ਰੋਟੀਨ ਲਾਲ ਰਕਤ ਕਣੂਆਂ ਵਿੱਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਵਿੱਚ ਮੌਜੂਦ ਸੈੱਲਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜੇਕਰ ਕਿਸੇ ਕਾਰਨ ਹੀਮੋਗਲੋਬਿਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇ ਤਾਂ ਸਰੀਰ ਵਿੱਚ ਮੌਜੂਦ ਸਾਰੇ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਪਾਉਂਦੀ। ਇਸ ਕਾਰਨ ਵਿਅਕਤੀ ਨੂੰ ਬੇਲੋੜੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ, ਜਿਸ ਨੂੰ ਅਨੀਮੀਆ ਦਾ ਸਭ ਤੋਂ ਪ੍ਰਮੁੱਖ ਲੱਛਣ ਮੰਨਿਆ ਜਾਂਦਾ ਹੈ। ਕਾਰਨ ਇਸ ਦਾ ਸਭ ਤੋਂ ਵੱਡਾ ਕਾਰਨ ਭੋਜਨ ਵਿੱਚ ਪੋਸ਼ਕ ਤੱਤਾਂ ਦੀ ਕਮੀ। ਭੋਜਨ ਵਿੱਚ ਆਇਰਨ, ਫੋਲਿਕ ਐਸਿਡ, ਵਿਟਾਮਿਨ ਅਤੇ ਪ੍ਰੋਟੀਨ ਦੀ ਕਮੀ ਕਾਰਨ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਦੀ ਗਿਣਤੀ ਘਟਣ ਲੱਗਦੀ ਹੈ ਅਤੇ ਇਸ ਡਾਕਟਰੀ ਸਥਿਤੀ ਨੂੰ ਅਨੀਮੀਆ ਕਿਹਾ ਜਾਂਦਾ ਹੈ। ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਪੀਰੀਅਡਸ ਦੌਰਾਨ ਜ਼ਿਆਦਾ ਖੂਨ ਵਗਣ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਅਨੀਮੀਆ ਦੇ ਕੁਝ ਜੈਨੇਟਿਕ ਕਾਰਨ ਵੀ ਹੁੰਦੇ ਨੇ, ਜਿਸ ਕਾਰਨ ਵਿਅਕਤੀ ਦੇ ਖੂਨ ਦੇ ਸੈੱਲਾਂ ਵਿੱਚ ਕੁਝ ਜਮਾਂਦਰੂ ਨੁਕਸ ਹੁੰਦੇ ਨੇ, ਜਿਸ ਨੂੰ ਥੈਲੀਸੀਮੀਆ ਕਿਹਾ ਜਾਂਦਾ ਹੈ। ਸਰੀਰ ਵਿੱਚ ਵਿਟਾਮਿਨ ਡੀ ਅਤੇ B12 ਦੀ ਕਮੀ ਕਾਰਨ ਸਰੀਰ ਦੇ ਖੂਨ ਦੇ ਸੈੱਲ ਆਇਰਨ ਨੂੰ ਸੋਖਣ ਵਿੱਚ ਅਸਮਰਥ ਹੁੰਦੇ ਨੇ। ਇਸ ਨਾਲ ਅਨੀਮੀਆ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਸੈਲੀਏਕ ਦੀ ਬਿਮਾਰੀ ਹੈ, ਜੋ ਕਿ ਕਣਕ ਦੇ ਉਤਪਾਦਾਂ ਤੋਂ ਐਲਰਜੀ ਹੈ, ਉਹਨਾਂ ਦੀ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਦੇ ਫਲਸਰੂਪ ਅਨੀਮੀਆ ਹੋ ਜਾਂਦਾ। ਜਿਹੜੀਆਂ ਔਰਤਾਂ ਗਰਭ ਅਵਸਥਾ ਦੌਰਾਨ ਆਇਰਨ ਦੇ ਨਾਲ ਫੋਲਿਕ ਐਸਿਡ ਦਾ ਸੇਵਨ ਨਹੀਂ ਕਰਦੀਆਂ, ਉਹਨਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸੇ ਤਰ੍ਹਾਂ ਕਰਨੌਜ਼ ਨਾਮਕ ਅੰਤੜੀਆਂ ਦੀ ਬਿਮਾਰੀ ਕਾਰਨ ਵਿਅਕਤੀ ਦੀਆਂ ਅੰਤੜੀਆਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਅਸਮਰਥ ਹੁੰਦੀਆਂ ਨੇ, ਜਿਸ ਕਾਰਨ ਸਰੀਰ ਵਿੱਚ ਹੀਮੋਗਲੋਬਿਨ ਦਾ ਪੱਧਰ ਘਟ ਜਾਂਦਾ ਹੈ। ਲੱਛਣਾਂ ਦੀ ਆਮ ਤੌਰ ਤੇ ਲੋਕਾਂ ਨੂੰ ਪਛਾਣ ਨਹੀਂ ਹੁੰਦੀ। ਕੁਝ ਲੱਛਣ ਨੇ ਮੈਂ ਜਿਸ ਦੀ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੀ। ਬੇਲੋੜੀ ਥਕਾਵਟ, ਸਿਰ ਦਰਦ ਅਤੇ ਚੱਕਰ ਆਉਣੇ, ਚਮੜੀ ਅਤੇ ਨਹੁੰ ਦਾ ਰੰਗੀਨ ਹੋਣਾ, ਅਸਧਾਰਨ ਦਿਲ ਦੀ ਧੜਕਨ ਰਹਿਣੀ, ਅੱਖਾਂ ਦੇ ਹੇਠੇ ਕਾਲੇ ਘੇਰੇ ਆ ਜਾਣੇ, ਜਿਹਨੂੰ ਆਪਾਂ ਡਾਰਕ ਸਰਕਲਸ ਕਹਿੰਦੇ ਆ, ਭੋਜਨ ਦੇ ਲਈ ਅਸੰਤੁਸ਼ਟਤਾ, ਖਾਣ ਨੂੰ ਕਦੇ ਮਨ ਕਰਨਾ ਕਦੇ ਨਹੀਂ ਕਰਨਾ, ਛਾਤੀ ਦੇ ਵਿੱਚ ਦਰਦ ਰਹਿਣਾ, ਹੱਥਾਂ ਪੈਰਾਂ ਦਾ ਬੁਰਾ ਹਾਲ ਹੋਣਾ, ਦੁਖਣੇ, ਜ਼ੁਕਾਮ ਹੋਣਾ, ਬਹੁਤ ਸਾਰੇ ਅਸਰ ਪੈਂਦੇ ਨੇ ਸਿਹਤ ਦੇ ਉੱਤੇ। ਅਨੀਮੀਆ ਦੀ ਸਮੱਸਿਆ ਵਿਅਕਤੀ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਔਰਤਾਂ ਵਿੱਚ ਗਰਭਪਾਤ ਜਾਂ ਸਮੇਂ ਤੋਂ ਪਹਿਲਾਂ ਡਿਲੀਵਰੀ ਦਾ ਖਤਰਾ ਵੱਧ ਜਾਂਦਾ ਹੈ।
ਭਰੂਣ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ ਅਤੇ ਦਿਮਾਗ ਅਤੇ ਨਰਵਸ ਸਿਸਟਮ ਯਾਨੀ ਕਿ ਨਾੜੀ ਤੰਤਰ ਨਾਲ ਸੰਬੰਧਿਤ ਜਮਾਂਦਰੂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਹੀਮੋਗਲੋਬਿਨ ਦਾ ਪੱਧਰ ਘੱਟ ਹੋ ਜਾਂਦਾ ਹੈ ਤਾਂ ਸਰੀਰ ਦੇ ਸਾਰੇ ਸੈੱਲ ਤੱਕ ਆਕਸੀਜਨ ਪਹੁੰਚਾਉਣ ਲਈ ਫੇਫੜਿਆਂ ਅਤੇ ਦਿਲ ਨੂੰ ਵਾਧੂ ਮਿਹਨਤ ਕਰਨੀ ਪੈਂਦੀ ਹੈ। ਜੇ ਇਲਾਜ ਨਾ ਕੀਤਾ ਜਾਏ ਤਾਂ ਦਿਲ ਦੀ ਧੜਕਣ ਦੇ ਹੌਲੀ ਹੋਣ ਜਾਂ ਬੰਦ ਹੋਣ ਦਾ ਖਤਰਾ ਹੋਰ ਵੱਧ ਜਾਂਦਾ ਹੈ। ਹੀਮੋਗਲੋਬਿਨ ਘੱਟ ਹੋਣ ਕਾਰਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਵਿਅਕਤੀ ਧਿਆਨ ਕੇਂਦਰਿਤ ਨਹੀਂ ਕਰ ਪਾਉਂਦਾ ਅਤੇ ਉਸ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ। ਸਕੂਲੀ ਬੱਚਿਆਂ ਵਿੱਚ ਇਕਾਗਰਤਾ ਦੀ ਕਮੀ ਲਈ ਅਨੀਮੀਆ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪ੍ਰੋਗਰਾਮ ਇਨਫੋਰਮੇਸ਼ਨ ਡੋਜ਼। ਗਰਮੀਆਂ ਦੇ ਮੌਸਮ ਵਿੱਚ 5 ਗਲਤੀਆਂ ਨੇ ਜੋ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਕੀ ਤੁਹਾਨੂੰ ਇਹਨਾਂ ਗਲਤੀਆਂ ਬਾਰੇ ਪਤਾ ਹੈ? ਚਲੋ ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਦੀ ਹਾਂ, ਫਿਰ ਤੁਸੀਂ ਦੇਖਣਾ ਕਿ ਤੁਹਾਨੂੰ ਇਸ ਬਾਰੇ ਪਤਾ ਸੀ ਕਿ ਨਹੀਂ ਪਤਾ ਸੀ। ਗਰਮੀਆਂ ਦੇ ਮੌਸਮ ਵਿੱਚ ਲਗਾਤਾਰ ਪਸੀਨਾ ਆਉਣ ਅਤੇ ਗਰਮ ਹਵਾਵਾਂ ਸਾਨੂੰ ਠੰਡੀਆਂ ਚੀਜ਼ਾਂ ਖਾਣ ਲਈ ਮਜਬੂਰ ਕਰ ਦਿੰਦੀਆਂ ਨੇ। ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਆਈਸਕ੍ਰੀਮ, ਕੋਲਡ ਡਰਿੰਕਸ, ਜੂਸ ਵਰਗੀਆਂ ਚੀਜ਼ਾਂ ਪਸੰਦ ਕਰਦੇ ਹਾਂ, ਪਰ ਇਹ ਤੁਹਾਡਾ ਭਾਰ ਵਧਾਉਣ ਦੇ ਨਾਲ-ਨਾਲ ਦੰਦਾਂ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਨੇ। ਇਹੀ ਕਾਰਨ ਹੈ ਕਿ ਗਰਮੀਆਂ ਵਿੱਚ ਦੰਦਾਂ ਦੀ ਖਾਸ ਦੇਖਭਾਲ ਦੀ ਖਾਸ ਲੋੜ ਹੁੰਦੀ ਹੈ। ਤੁਹਾਨੂੰ ਦੱਸਦੀ ਹਾਂ ਕਿ ਗਰਮੀਆਂ ਦੇ ਮੌਸਮ ਵਿੱਚ ਦੰਦਾਂ ਦੇ ਲਈ ਸਿਹਤ ਲਈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਤੁਸੀਂ। ਬਹੁਤ ਜ਼ਿਆਦਾ ਖਾਣਾ, ਬਿਲਕੁਲ ਗਰਮੀਆਂ ਵਿੱਚ ਬਹੁਤ ਜ਼ਿਆਦਾ ਮਿਠਾਈਆਂ ਨਾ ਖਾਓ, ਇਹ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਮਿੱਠੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਬਾਅਦ ਐਸਿਡ ਅਟੈਕ ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦੇ ਨੇ। ਇਸ ਲਈ ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਘੱਟੋ ਘੱਟ ਮਿਠਾਈ ਜ਼ਰੂਰ ਖਾਓ, ਪਰ ਜ਼ਿਆਦਾ ਨਾ ਖਾਓ ਤੇ ਪਾਣੀ ਜ਼ਰੂਰ ਪੀਓ। ਬਿਲਕੁਲ ਗਰਮੀ ਦੇ ਮੌਸਮ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਨਾ ਹੋਣ ਦੇਣਾ ਬਹੁਤ ਵੱਡਾ ਕੰਮ ਹੈ। ਜਦੋਂ ਸਰੀਰ ਡੀਹਾਈਡਰੇਟ ਹੁੰਦਾ ਹੈ ਤਾਂ ਇਹ ਲਾਰ ਨਹੀਂ ਬਣਾ ਸਕਦਾ। ਥੁੱਕ ਪਲੇਗ ਦੇ ਨਿਰਮਾਣ ਨੂੰ ਰੋਕਣ ਲਈ ਬੈਕਟੀਰੀਆ ਅਤੇ ਭੋਜਨ ਦੇ ਕਣਾਂ ਨੂੰ ਧੋ ਦਿੰਦੀ ਹੈ ਅਤੇ ਤੁਹਾਡੇ ਦੰਦਾਂ ਅਤੇ ਜੀਭ ਨੂੰ ਸਾਫ਼ ਰੱਖਦੀ ਹੈ। ਇਸ ਲਈ ਤੁਹਾਡੇ ਦੰਦਾਂ ਦੀ ਸਫਾਈ ਦੇ ਨਾਲ-ਨਾਲ ਤੁਹਾਡੀ ਸਮੁੱਚੀ ਸਿਹਤ ਲਈ ਬਹੁਤ ਸਾਰਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਗਰਮੀਆਂ ਦੇ ਦਿਨਾਂ ਦੇ ਵਿੱਚ ਕੋਲਡ ਡਰਿੰਕ ਜਾਂ ਆਈਸਕ੍ਰੀਮ ਦਾ ਮਜ਼ਾ ਲੈਣਾ ਕਿਹਨੂੰ ਪਸੰਦ ਨਹੀਂ ਹੁੰਦਾ, ਪਰ ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਨੇ, ਆਪਾਂ ਕਹਿੰਦੇ ਨਾ ਕਿ ਸੈਂਸਿਟਿਵ ਨੇ, ਤਾਂ ਠੰਡੇ ਭੋਜਨ ਦਾ ਸੇਵਨ ਕਰਨਾ ਇੱਕ ਦਰਦਨਾਕ ਅਨੁਭਵ ਹੋ ਸਕਦਾ ਹੈ। ਇਸ ਲਈ ਤੇਜ਼ਾਬ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਜਿੰਨਾ ਸੰਭਵ ਹੋ ਸਕੇ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਹ ਪਰਲੀ ਨੂੰ ਨਰਮ ਕਰਦੇ ਨੇ ਅਤੇ ਤੁਹਾਡੇ ਦੰਦਾਂ ਨੂੰ ਕਮਜ਼ੋਰ ਅਤੇ ਵਧੇਰੇ ਸੰਵੇਦਨਸ਼ੀਲ ਬਣਾਉਂਦੇ ਨੇ। ਇਸ ਲਈ ਤੇਜ਼ਾਬ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ। ਛੁੱਟੀਆਂ ਦੌਰਾਨ ਦੰਦਾਂ ਦੀ ਸਿਹਤ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਔਰ ਜੇ ਜ਼ਿਆਦਾ ਸੈਂਸਿਟਿਵਿਟੀ ਰਹਿੰਦੀ ਹੈ ਔਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਤੁਸੀਂ ਛੁੱਟੀਆਂ ਤੇ ਹੋ ਸਕਦੇ ਹੋ, ਆਰਾਮ ਕਰ ਰਹੇ ਹੋ, ਪਰ ਤੁਹਾਡੇ ਦੰਦਾਂ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ। ਤੁਹਾਡੇ ਦੰਦ ਲਗਾਤਾਰ ਭੋਜਨ ਖਾਣ ਵਿੱਚ ਤੁਹਾਡੀ ਮਦਦ ਕਰ ਰਹੇ ਨੇ, ਇਸ ਲਈ ਤੁਸੀਂ ਜੋ ਵੀ ਕਰ ਰਹੇ ਹੋ ਆਪਣੇ ਦੰਦਾਂ ਦੀ ਸਿਹਤ ਨੂੰ ਨਜ਼ਰ ਅੰਦਾਜ਼ ਨਾ ਕਰੋ। ਗਰਮੀਆਂ ਦੇ ਮੌਸਮ ਵਿੱਚ ਦੰਦਾਂ ਦੀ ਦੇਖਭਾਲ ਜ਼ਰੂਰ ਕਰੋ। ਫਾਈਬਰ ਨਾਲ ਭਰਪੂਰ ਖੁਰਾਕ ਤੁਹਾਡੇ ਦੰਦਾਂ ਨੂੰ ਕੁਦਰਤੀ ਤੌਰ ਤੇ ਸਾਫ਼ ਰੱਖਦੀ ਹੈ, ਲਾਰ ਦੇ ਗਠਨ ਵਿੱਚ ਮਦਦ ਕਰਦੀ ਹੈ। ਤੁਹਾਡੇ ਦੰਦਾਂ ਦੇ ਹਮਲਾ ਕਰਨ ਵਾਲੇ ਐਸਿਡ ਅਤੇ ਐਂਜ਼ਾਈਮ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਲਾਰ ਬਹੁਤ ਇੰਪੋਰਟੈਂਟ ਰੋਲ ਨਿਭਾਉਂਦੀ ਹੈ। ਪਨੀਰ, ਦੁੱਧ ਅਤੇ ਹੋਰ ਡੇਅਰੀ ਉਤਪਾਦ ਜਿਹੜੇ ਹੁੰਦੇ ਨੇ, ਜਾਣੀ ਕਿ ਜਿਹੜੇ ਡਾਇਰੀ ਪ੍ਰੋਡਕਟਸ ਹੁੰਦੇ ਨੇ, ਇਹਨਾਂ ਦਾ ਸੇਵਨ ਤੁਸੀਂ ਕਰ ਸਕਦੇ ਹੋ। ਇਹਨਾਂ ਵਿੱਚ ਮੌਜੂਦ ਕੈਲਸ਼ੀਅਮ ਅਤੇ ਫਾਸਫੇਟ ਦੂਜੇ ਭੋਜਨ ਦੇ ਮਾੜੇ ਪ੍ਰਭਾਵਾਂ ਕਾਰਨ ਤੁਹਾਡੇ ਦੰਦਾਂ ਵਿੱਚ ਗੁਆਚੇ ਖਣਿਜਾਂ ਨੂੰ ਬਹਾਲ ਕਰਨ ਵਿੱਚ ਮਦਦ ਕਰਦੇ ਨੇ। ਇਸ ਦੇ ਨਾਲ ਹੀ ਐਨੀਮਲ ਨੂੰ ਦੁਬਾਰਾ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਬਿਨਾਂ ਚੀਨੀ ਦੇ ਚੁਇੰਗਮ ਚਬਾਉਣਾ ਵੀ ਲਾਰ ਦਾ ਕੰਮ ਕਰਦਾ ਹੈ, ਲੇਕਿਨ ਚੀਨੀ ਵਾਲੀ ਚੁਇੰਗਮ ਨਹੀਂ। ਨਾਲ ਹੀ ਮੂੰਹ ਚੋਂ ਭੋਜਨ ਦੇ ਕਣਾਂ ਨੂੰ ਬਾਹਰ ਕੱਢਦਾ ਹੈ। ਸੋ ਉਮੀਦ ਕਰਦੀ ਹਾਂ ਕਿ ਜਿੰਨੀਆਂ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ, ਵੱਖਰੇ ਖੁੰਝਿਆਂ ਚੋਂ ਜਾਣਕਾਰੀ ਹਾਸਲ ਕੀਤੀ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਤੁਹਾਡੀ ਹੈਲਥ ਦੇ ਨਾਲ ਰਿਲੇਟਡ ਵੀ ਜਾਣਕਾਰੀ ਦਿੱਤੀ, ਕਿਸੇ ਖਾਸ ਡੇ ਦੇ ਨਾਲ ਰਿਲੇਟਡ ਵੀ ਦਿੱਤੀ ਔਰ ਸਾਡੀ ਧਰਤੀ ਦੇ ਨਾਲ ਜੁੜੀ ਹੋਈ ਜਾਣਕਾਰੀ ਵੀ ਮੈਂ ਸਾਂਝੀ ਕੀਤੀ। ਪਰ ਜਾਂਦੇ ਇੱਕ ਗੱਲ ਫੇਰ ਕਹਿ ਦਊਂਗੀ ਕਿ ਇਹ ਜਿਹੜੀਆਂ ਜਾਣਕਾਰੀਆਂ ਨੇ ਨਾ ਦੰਦਾਂ ਦੇ ਨਾਲ, ਸਿਹਤ ਦੇ ਨਾਲ ਰਿਲੇਟਡ ਦਿੱਤੀਆਂ, ਇਹ ਕੋਈ ਡਾਕਟਰ ਦੀ ਸਲਾਹ ਨਹੀਂ ਹੈ, ਇਹ ਤਾਂ ਆਮ ਪੜ੍ਹ ਕੇ ਜਾਣਕਾਰੀ ਹਾਸਲ ਕੀਤੀ ਗਈ ਸਲਾਹ ਹੈ। ਸੋ ਜੇ ਤੁਹਾਨੂੰ ਕੋਈ ਖਾਸ ਕਿਸਮ ਦੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ। ਹੁਣ ਮੈਂ ਤਾਂ ਇਹ ਤੁਹਾਨੂੰ ਕਹਿਣਾ ਜੀ, ਮੈਂ ਤੁਹਾਡੇ ਤੋਂ ਲੈਣੀ ਹੈ ਆਗਿਆ। ਵਰੁਣ ਕੌਰ ਮਾਨ ਨੂੰ ਦੇ ਦਿਓ ਹੁਣ ਜਾਣ ਦੀ ਪਰਮਿਸ਼ਨ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।